ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਸ਼ੌਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ। ਪਾਣੀ ਭਰਨ ਨੂੰ ਲੈ ਕੇ ਪੰਜਾਬ ਪੁਲਿਸ ਦੇ ਐਸਆਈ ਨੇ ਭਰਾ ਭਾਬੀ ਤੇ ਕੀਤਾ ਚਾਕੂ ਨਾਲ ਹਮਲਾ। कोरोना के मामलों को लेके चंडीगढ़ 16 सैक्टर अस्पताल के डिप्टी मैडिकल सुपरडेंट ने दिता सवालों का जवाब। चंडीगढ़ क्राइम ब्रांच की टीम के हथे चढ़िया चोर लोगों के घरों में वड़ के दिंदा सी चोरी की वारदात को अंजाम। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੀ। ਪੁਲਿਸ ਨੂੰ ਲੋਕਾਂ ਦਾ ਰੱਖਿਅਕ ਕਿਹਾ ਜਾਂਦਾ ਹੈਗਾ ਹੈ ਤੇ ਇਹੀ ਰੱਖਿਆ ਕਰਨ ਵਾਲਾ ਜਦੋਂ ਮਾਰਨ ਤੇ ਉਤਾਰੂ ਹੋ ਜਾਵੇ ਤਾਂ ਫਿਰ ਕੀ ਕਹਾਂਗੇ। ਦਰਅਸਲ ਮਾਮਲਾ ਪੰਜਾਬ ਪੁਲਿਸ ਦੇ ਅਜਿਹੇ ਏਐਸਆਈ ਦਾ ਹੈ ਜਿਸ ਨੇ ਪਾਣੀ ਭਰਨ ਨੂੰ ਲੈ ਕੇ ਆਪਣੇ ਭਰਾ ਤੇ ਭਾਬੀ ਤੇ ਹੀ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਤੇ ਜਿਸ ਦੇ ਕਰਕੇ ਇੱਕ ਦੀ ਮੌਤ ਹੋ ਗਈ ਤੇ ਇੱਕ ਜੇਰੇ ਇਲਾਜ ਹਸਪਤਾਲ ਦੇ ਵਿੱਚ ਭਰਤੀ ਹੈ। ਦਰਅਸਲ ਇਹ ਪੂਰਾ ਮਾਮਲਾ ਕੀ ਹੈਗਾ ਇਸ ਰਿਪੋਰਟ ਦੇ ਵਿੱਚ ਦੇਖਦੇ ਹਾਂ। ਪਾਣੀ ਭਰਨ ਨੂੰ ਲੈ ਕੇ ਆਪਣੇ ਹੀ ਭਰਾ ਦੇ ਨਾਲ ਲੜਾਈ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਪੰਜਾਬ ਪੁਲਿਸ ਦੇ ਏਐਸਆਈ ਨੇ ਆਪਣੇ ਹੀ ਛੋਟੇ ਭਰਾ ਅਤੇ ਭਰਜਾਈ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਨਾਲ ਉਸਦੀ ਭਰਜਾਈ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦਕਿ ਉਸਦਾ ਭਰਾ GMCH 32 ਦੇ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਵਾਰਦਾਤ ਰਾਮ ਦਰਬਾਰ ਫੇਸ 2 ਦੀ ਦੱਸੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਆਰੋਪੀ ਭਰਾ ਹਰਸ਼ ਸਵਰੂਪ ਪੰਜਾਬ ਪੁਲਿਸ ਦੇ ਹੈੱਡਕੁਆਟਰ ਦੇ ਵਿੱਚ ਬਤੌਰ ਏਐਸਆਈ ਤੈਨਾਤ ਹੈ ਤੇ ਮਾਮਲੇ ਦੇ ਵਿੱਚ ਸੈਕਟਰ 31 ਦੀ ਥਾਣਾ ਪੁਲਿਸ ਨੇ ਕਤਲ ਦੇ ਮਾਮਲੇ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਤੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ। ਮੰਗਲਵਾਰ ਦੀ ਰਾਤ ਤਕਰੀਬਨ 9:30 ਵਜੇ ਕੰਟਰੋਲ ਰੂਮ ਉੱਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਰਾਮ ਦਰਬਾਰ ਫੇਸ 2 ਦੇ ਵਿੱਚ ਪਤੀ ਪਤਨੀ ਨੂੰ ਚਾਕੂ ਮਾਰਿਆ ਗਿਆ ਤਾਂ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਪਤਨੀ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਪਤੀ ਦੀ ਹਾਲਤ ਅਜੇ ਵੀ ਗੰਭੀਰ ਬਣੀ हुई है। पानी का मामला था तो दोनों भाइयों में खींचातानी हो रही थी। बड़े भाई से तो मेरी बात नहीं होती जिसने ये कांड किया है, छोटे भाई से मेरी बात होती थी। तो अभी शाम को भी मेरी बात हुई। इवन मैंने उसको बोला कि ये बातें लड़ाई झगड़े से कुछ नहीं होगा, आप शांति बनाओ, कुछ नहीं होता, हम सॉर्ट आउट कर लेंगे। पर अभी देर रात 9 बजे के आसपास मेरे को फ़ोन आया, चीखों की आवाज़ें आने लगी कि ऐसे ऐसे उस बंदे ने हमला कर दिया है। वो ऊपर आके उसने सीधा ही चाकुओं से उनके ऊपर हमला कर दिया। ਤੁਹਾਨੂੰ ਦੱਸ ਦਈਏ ਕਿ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦਾ ਨਾਮ ਦਿਵਿਆ ਹੈ ਅਤੇ ਉਹ ਆਪਣੇ ਪਤੀ ਅਤੇ 2 ਬੱਚਿਆਂ ਨਾਲ ਰਾਮ ਦਰਬਾਰ ਦੇ ਫੇਸ 2 ਦੇ ਇੱਕ ਮਕਾਨ ਵਿੱਚ ਸੈਕੰਡ ਫਲੋਰ ਉੱਤੇ ਰਹਿੰਦੇ ਸੀ, ਜਦਕਿ ਗਰਾਊਂਡ ਫਲੋਰ ਉੱਤੇ ਉਸਦਾ ਹੀ ਭਰਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਮੰਗਲਵਾਰ ਦੀ ਰਾਤ ਨੂੰ ਦੋਵਾਂ ਪਰਿਵਾਰਾਂ ਦਰਮਿਆਨ ਪਾਣੀ ਭਰਨ ਨੂੰ ਲੈ ਕੇ ਅਣਬਣ ਹੋ ਗਈ ਤੇ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਏਐਸਆਈ ਭਰਾ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਚਾਕੂ ਨਾਲ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਤੇ ਸੈਕਟਰ 31 ਦੀ ਥਾਣਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਆਈ ਹੈ, ਯਾਨੀ ਕਿ ਮਾਮਲੇ ਲਗਾਤਾਰ ਘਟ ਰਹੇ ਨੇ। ਇਸ ਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ। ਚੰਡੀਗੜ੍ਹ ਸੈਕਟਰ 16 ਦੇ ਹਸਪਤਾਲ ਦੇ ਵਿੱਚ ਡਿਪਟੀ ਮੈਡੀਕਲ ਸੁਪਰਡੈਂਟ ਦੇ ਨਾਲ ਵੀ ਇਸ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਗਈ। ਉਹਨਾਂ ਤੋਂ ਕੋਰੋਨਾ ਵੈਕਸੀਨ ਤੇ ਕੋਰੋਨਾ ਦੇ ਨਾਲ ਜੁੜੇ ਹੋਏ ਕਈ ਸਾਰੇ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਉਹਨਾਂ ਨੇ ਡੂੰਘਾਈ ਦੇ ਨਾਲ ਜਵਾਬ ਦਿੱਤਾ। देखो जी, पहले तो मैं जितने भी दर्शक हैं अपने उनको सबको मुबारक देना चाहूँगा कि सभी ने हमारा साथ दिया है। सभी ने जो हम इनको गाइड करते रहें कि समय समय पर के अपने हेल्थ जो गाइडलाइंस इशू की हुई हैं और जो आपको बताया गया है कि आपने मास्क पहनना है, आपने दूरी रखनी है, आपने बाहर ज़्यादा नहीं निकलना है, आपने हैंड वॉशिंग करनी है, तो जितने भी प्रोटोकॉल्स हैं लोगों ने फॉलो किए हैं, उसी के मद्देनज़र ये थोड़े जो हमारे कोविड के केसेस कम हुए हैं उसी का नतीजा है। सर, इसमें वैक्सीन का कितना बड़ा रोल है? वैक्सीन का बहुत बड़ा रोल है जी। वैक्सीन में क्योंकि जो पहले हेजिटेंसी थी वैक्सीन के लिए वो कम हुई है और लोग आगे आए हैं। खास करके जो 18 से 45 वाले जो वर्ग है उसमें काफ़ी
लोग आगे आ रहे हैं। और वैक्सीन का हमने बड़ा इजी काम हो गया, क्योंकि आपको ऑन द स्पॉट रजिस्ट्रेशन आपकी हो जाती है। आप आएँ, हमारी साइट्स चंडीगढ़ में 126 साइट्स हैं एट द मोमेंट। आप अपने आप को रजिस्टर कराएं ऑन द स्पॉट और वैक्सीनेट कराएं। तो वैक्सीनेशन ही एक सोल्यूशन है कोविड से बचने के लिए। सर, अब जो एक लोगों में भ्रम की स्थिति पैदा हो रही है कि वैक्सीन कम मात्रा में है चंडीगढ़ में, क्या चंडीगढ़ में मात्रा पूरी है जो वैक्सीन हो रही है? जी, वैक्सीन की कोई प्रॉब्लम चंडीगढ़ में अभी तक है नहीं। हम तो लोगों को इनकरेज कर रहे हैं कि आप अपने आप को वैक्सीनेट कराएं, क्योंकि जो सरकार है वो जैसे ही कोई वैक्सीन की कमी होती है वो अपने आप सेंट्रल गवर्नमेंट वैक्सीन भिजवा देती है। तो वैक्सीन की कोई शॉर्टेज नहीं है, अपने आप को वैक्सीनेट कराएं। हम तो इनकरेज करते हैं कि सभी लोग आएँ और जितने भी जिसका भी जो ड्यू है वैक्सीनेशन वो अपने आप करवाएं। अच्छा सर, दूसरा क्वेश्चन ये है, जिस तरह से ओपीडी खुल गई है, लोग सीधा हॉस्पिटल में आते हैं, उनके लिए क्या कहना चाहेंगे कि पहले आप अपने एरिया की डिस्पेंसरी? जी, हमारे चंडीगढ़ में देखो 3-4 भी मेजर हॉस्पिटल हैं, साथ में हमारे पास 33 डिस्पेंसरीज़ हैं। उसके अलावा हमारे पास आयुष डिस्पेंसरीज़ भी हैं। हर सेक्टर में डिस्पेंसरी है। किसी कोई प्रॉब्लम होती है, जैसे सर दर्द है, कोई खांसी है, जुकाम है, इनिशियली आप डिस्पेंसरी डॉक्टर्स को दिखा सकते हैं, सो दैट उससे क्या है कि जो हॉस्पिटल में रश ज़्यादा नहीं होएगा। पर हमने हॉस्पिटल में भी अरेंजमेंट कर रखा है कि जो ज़्यादातर जो पेशेंट्स हमारे पास ओपीडीज़ में आते हैं उनके बचाव के लिए और अपने हेल्थ एम्प्लॉयज़ के बचाव के लिए भी हम उनको ओपीडी में देखने से पहले उनका टेस्ट करवाते हैं। तो वैसे हमारी तो यही गुजारिश रहेगी कि जिसको ज़रूरत हो वही हॉस्पिटल में आए। अच्छा, दूसरा ऑपरेशन भी अब इजीली खोल दिए गए हैं, उसके बारे में थोड़ा सा? हाँ जी, हमने ओपीडी की फैसिलिटी ज़्यादातर सभी पहले से हमारी चल रही थी, जो नहीं भी चल रही थी तो एमरजेंसी ओपीडी तो चल ही रही हैं सभी की। वैसे ही हमने जो एमरजेंसी सर्जरीज़ भी शुरू कर दी गई हैं और जिनको भी सर्जरी की ज़रूरत है तो हम लोग वो उनको सुविधा दे रहे हैं। आने वाले समय में सर क्या इस तरह की और सुविधाएं देखी जा सकती हैं सेक्टर 16 हॉस्पिटल? जी, हम लोग वैसे एक्सपेंशन कर रहे हैं कि जैसे थोड़ा सा केसेस और कम होंगे और जैसे वैक्सीनेशन बढ़ेगी तो जो बाकी ओपीडीज़ हैं, जैसे हमारी डेंटल ओपीडीज़ वगैरह हैं और दूसरे जो सुविधाएं हम रूटीन सर्जरीज़ हैं, तो उनका नंबर हम ज़रूर इंक्रीज़ करेंगे। ਉਹਦੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਇੱਕ ਸਫਲਤਾ ਹਾਸਲ ਹੋਈ ਹੈ। ਦਰਅਸਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਅਜਿਹੇ ਚੋਰ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। द सिटी ब्यूटीफुल च देर रात घरां च वड़ के चोरी ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਨੌਜਵਾਨ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਹੱਥੇ ਚੜ ਗਿਆ, ਜਿਸ ਦੇ ਕਬਜ਼ੇ ਤੋਂ ਚੋਰੀ ਕੀਤੇ ਗਏ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਇੰਨਾ ਹੀ ਨਹੀਂ, ਚੋਰੀ ਦੇ ਕਈ ਮਾਮਲੇ ਵੀ ਸੁਲਝੇ ਹਨ। ਫੜੇ ਗਏ ਨੌਜਵਾਨ ਦੀ ਪਹਿਚਾਣ ਕਰਮਜੀਤ ਸੰਨੀ ਦੇ ਰੂਪ 'ਚ ਹੋਈ ਹੈ, ਜੋ ਕਿ ਸੈਕਟਰ 41 ਦਾ ਰਹਿਣ ਵਾਲਾ ਹੈ। ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਹਰਿੰਦਰ ਸਿੰਘ ਸੇਖੋਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਚੋਰੀ ਦੇ ਗਹਿਣੇ ਵੇਚਣ ਦੀ ਫਿਰਾਕ 'ਚ ਹੈ, ਜਿਸ ਦੇ ਬਾਅਦ ਟੀਮ ਵੱਲੋਂ ਉਸ ਨੌਜਵਾਨ ਨੂੰ ਸੈਕਟਰ 41 ਤੋਂ ਦਬੋਚ ਲਿਆ ਗਿਆ, ਜਿਸ ਤੋਂ ਚੋਰੀ ਕੀਤੇ ਗਏ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਫੜੇ ਗਏ ਨੌਜਵਾਨ ਸੰਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਨੂੰ ਘਰਾਂ 'ਚ ਵੜ ਕੇ ਲੋਕਾਂ ਦੇ ਪੈਸੇ ਚੋਰੀ ਕਰ ਲੈਂਦਾ ਸੀ, ਜਿਸ 'ਚ ਜ਼ਰੂਰੀ ਕਾਗਜ਼ਾਤ, ਪੈਸੇ ਅਤੇ ਗਹਿਣੇ ਹੁੰਦੇ ਸੀ। ਕਾਗਜ਼ਾਤਾਂ ਨੂੰ ਤਾਂ ਉਹ ਉੱਥੇ ਹੀ ਘਰ ਦੇ ਨੇੜੇ ਸੁੱਟ ਦਿੰਦਾ ਸੀ, ਪਰ ਪੈਸੇ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਸੀ। ਪੁਲਿਸ ਨੇ ਫੜੇ ਗਏ ਨੌਜਵਾਨ ਨੂੰ ਸੈਕਟਰ 43 ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸੰਨੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦਿਆਂ ਬਿਜਲੀ ਵਿਭਾਗ ਦੇ ਨਾਲ ਜੁੜੇ ਹੋਏ ਕੁਝ ਕਰਮਚਾਰੀਆਂ ਨੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਊਟਸੋਰਸਡ ਵਰਕਰਸ ਦੀ ਜਿਹੜੀ ਛੰਟਣੀ ਹੋ ਰਹੀ ਹੈ, ਇਸ ਦੇ ਚੱਲਦਿਆਂ ਪ੍ਰਦਰਸ਼ਨ ਕੀਤਾ ਤੇ ਨਾਲੋਂ ਨਾਲ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ ਜਿੰਦਾਬਾਦ। ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਨੇ ਅੱਜ 436 ਆਊਟਸੋਰਸਡ ਵਰਕਰਾਂ ਦੀ ਹੋਣ ਜਾ ਰਹੀ ਛਾਂਟੀ ਦੇ ਵਿਰੋਧ 'ਚ यूटीए ਸਕੱਤਰੇਤ ਦੇ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੋਆਰਡੀਨੇਸ਼ਨ ਕਮੇਟੀ ਆਫ ਗਵਰਨਮੈਂਟ ਐਂਡ ਐਮਸੀ ਇੰਪਲੋਈਜ਼ ਐਂਡ ਵਰਕਰਸ ਯੂਨੀਅਨ ਚੰਡੀਗੜ੍ਹ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ ਅਤੇ ਜਨਰਲ ਸਕੱਤਰ ਵਰਿੰਦਰ ਬਿਸ਼ਟ ਨੇ ਕਿਹਾ ਕਿ ਇੱਕ ਪਾਸੇ ਜੈਮ ਪੋਰਟਲ ਤੇ
ਠੇਕੇਦਾਰ ਵਰਕਰਾਂ ਦਾ ਲਗਾਤਾਰ ਆਰਥਿਕ ਸ਼ੋਸ਼ਣ ਕਰ ਰਹੇ ਹਨ, ਜਿਸ ਨੂੰ ਰੋਕਣ 'ਚ ਪ੍ਰਸ਼ਾਸਨ ਨਾਕਾਮ ਰਿਹਾ ਹੈ ਅਤੇ ਹੁਣ ਵਰਕਰਾਂ ਨੂੰ ਨੌਕਰੀ ਤੋਂ ਕੱਢ ਕੇ ਬਾਹਰ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ 436 ਆਊਟਸੋਰਸ ਵਰਕਰਾਂ ਨੂੰ ਰੀ-ਇੰਗੇਜ ਕਰਨ ਦੀ ਤੁਰੰਤ ਮਨਜ਼ੂਰੀ ਦੇਣ ਦੀ ਮੰਗ ਕੀਤੀ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ 1 ਜੁਲਾਈ ਤੋਂ ਕੰਮ ਛੱਡ ਕੇ ਪ੍ਰਦਰਸ਼ਨ ਕੀਤਾ ਜਾਏਗਾ। ਸਾਨੂੰ ਆਪਣਾ ਕੰਟਰੈਕਟ ਬੇਸ ਤੇ ਹੀ 15 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ ਹੀ, ਤੇ ਹੁਣ ਪਤਾ ਲੱਗਿਆ ਜੀ ਸਾਨੂੰ ਜੋਬ ਤੋਂ ਕੱਢਿਆ ਜਾ ਰਿਹਾ ਜੀ, ਜਿਸ ਵਿੱਚ 436 ਬੰਦਾ ਜੀ ਇਸ ਟਾਈਮ ਕੰਟਰੈਕਟ ਬੇਸ ਤੇ ਕੰਮ ਕਰ ਰਿਹਾ ਜੀ। ਅਸੀਂ ਅੱਜ ਸੈਕਟਰੀ ਸਾਹਿਬ ਕੋਲ ਆਈ ਵੀ ਇਸ ਤਰ੍ਹਾਂ ਚੱਕਰ ਪੈ ਗਏ ਜੀ, ਫਿਰ ਅੱਜ ਸਾਹਮਣੇ ਉਰੇ ਪ੍ਰਦਰਸ਼ਨ ਕਰ ਰਹੇ ਜੀ ਤਾਂ ਜੋ ਸਾਡੀਆਂ ਜਿਹੜੀਆਂ ਮੰਗਾਂ ਏ, ਜਿਸ ਤਰ੍ਹਾਂ ਸਾਨੂੰ ਆਪਣਾ ਦੁਬਾਰੇ ਨੌਕਰੀ ਤੇ ਰੱਖਿਆ ਜਾਵੇ। ਜੇ ਹੁਣ ਸਾਨੂੰ ਕੱਢ ਦਿੱਤਾ ਗਿਆ ਨੌਕਰੀ ਤੋਂ ਤਾਂ ਸਾਡੀ ਤਾਂ ਉਮਰਾਂ ਵੀ ਟੱਪ ਗਈਆਂ ਜੀ, ਵੀ ਅਸੀਂ ਦੁਬਾਰੇ ਕਿਤੇ ਨੌਕਰੀ ਤੇ ਵੀ ਨਹੀਂ ਜਾ ਸਕਦੇ ਜੀ। ਤੇ ਪ੍ਰਸ਼ਾਸਨ ਅੱਗੇ ਕਿਰਪਾ ਕਰਕੇ ਹੀ ਬੇਨਤੀ ਹੈ ਜੀ ਵੀ ਸਾਨੂੰ ਕੋਈ ਸਿਕਿਉਰ ਪਾਲਿਸੀ ਬਣਾਈ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਧਾਰ ਸਕੀਏ ਜੀ। ਜਿਹੜੀ ਇਲੈਕਟ੍ਰੀਕਲ ਅਥਾਰਟੀ ਹੈ, ਜਿਹੜੇ ਅਧਿਕਾਰੀ ਹੈ, ਇਹ ਮੁਲਾਜ਼ਮਾਂ ਦੀ ਜਿਹੜੇ ਆਊਟਸੋਰਸਡ ਜੈਮ ਪੋਰਟਲ ਦੇ ਥਰੂ ਜਿਹੜੇ ਦੇ ਬੰਦੇ ਰੱਖੇ ਹੈ, 1 ਸਾਲ ਦਾ ਟੈਂਡਰ ਲੱਗਦਾ, ਜਿਹੜਾ ਠੇਕੇਦਾਰ ਹੁੰਦਾ ਹੈ ਉਹ ਉਹਨਾਂ ਦੀ ਲੁੱਟ ਖਸੁੱਟ ਕਰਦਾ ਨੌਕਰੀ ਦੇ ਨਾਂ ਤੇ ਵੀ ਤੁਹਾਨੂੰ ਮੈਨ ਪਾਵਰ ਮੇਰੀ ਹੈ, ਮੈਂ ਰੱਖਣੇ 50,000 ਦਿਓ, 60 ਦਿਓ, 20,000 ਦਿਓ। ਜਿਹੜੇ ਵਰਕਰ ਨਹੀਂ ਦਿੰਦੇ ਉਹਨਾਂ ਦੇ ਪੈਸੇ ਥੱਲੇ ਤੇ ਕੱਟੇ ਜਾਂਦੇ ਜਾਂ ਅਕਾਊਂਟ ਨੰਬਰ ਦਿੱਤੇ ਉਹਦੇ ਪਾ ਜਾਂਦੇ। ਅਨੇਕਾਂ ਕੰਪਲੇਂਟਾਂ ਕਰ ਚੁੱਕੇ ਨੇ ਪ੍ਰਸ਼ਾਸਨ ਦੇ ਅੱਗੇ ਕਿ ਇਹਨਾਂ ਜਿਹੜੇ ਠੇਕੇਦਾਰ ਲੁੱਟ ਕਰੇ ਇਹਨਾਂ ਨੂੰ ਨਕੇਲ ਕੱਸੋ, ਲੇਕਿਨ ਪ੍ਰਸ਼ਾਸਨ ਬਿਲਕੁਲ ਚੁੱਪੀ ਸਾਧੇ ਹੋਏ ਆ। ਦੂਜੇ ਪਾਸੇ ਜਦ ਸਾਲ ਮਗਰੋਂ ਜਿਹੜੀ ਆਊਟਸੋਰਸਡ ਜਿਹੜੇ ਇਹਨਾਂ ਦੀ ਸੈਂਕਸ਼ਨ ਲੈਣੀ, ਅਪਰੂਵਲ ਲੈਣੀ ਹੈ, ਤੇ ਪਿਛਲੇ ਸਾਲ ਜਿਹੜੇ 327 ਪੋਸਟਾਂ ਸੀਆਂ 109 ਬੰਦੇ ਹੋਰ ਰੱਖ ਕੇ 436 ਹੋ ਗਈਆਂ। ਹੁਣ ਐਸਸੀ ਸਾਹਿਬ ਇਸ ਡਰਦੇ ਨਹੀਂ ਜਾਂਦੇ ਉੱਥੇ ਮੈਂ ਕਿਸ ਚੀਜ਼ ਦਾ ਜਵਾਬ ਦੇਵਾਂ। ਉਹਨਾਂ ਨੇ ਪੁੱਛਣਾ ਵੀ ਇਹ ਕਿੱਥੇ ਰੱਖੇ, ਕਿਸ ਕੰਮ ਦੇ ਅਗੇਂਸਟ ਰੱਖੇ, ਕਿਹਦੇ ਰੱਖੇ। ਕਿ ਜਿਹੜੇ ਜੈਮ ਪੋਰਟਲ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਲਿਆਂਦਾ, ਉਹਦੇ ਥਰੂ ਜਿਹੜੇ ਠੇਕੇਦਾਰ ਆ ਰਹੇ ਆ, ਇੱਕ ਪਾਸੇ ਤੇ ਉਹ ਲਗਾਤਾਰ ਲੁੱਟ ਕਰ ਰਹੇ ਮੁਲਾਜ਼ਮਾਂ ਦੀ। ਜਦੋਂ ਠੇਕਾ ਖਤਮ ਹੁੰਦਾ ਮੁਲਾਜ਼ਮਾਂ ਨੂੰ ਦੁਬਾਰਾ ਨੌਕਰੀ ਤੇ ਰੱਖਣ ਲਈ 50-50 ਹਜ਼ਾਰ ਰੁਪਏ ਤੱਕ ਰੇਟ ਪਹੁੰਚ ਗਿਆ, 25 ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਰੇਟ ਜਿਹੜਾ ਪਹੁੰਚ ਗਿਆ ਇਹਨਾਂ ਦਾ। ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕਰੀ। ਆਪਾਂ ਇਸ ਗੱਲ ਲਈ ਲੜ ਰਹੇ ਆ ਕਿ ਠੇਕੇਦਾਰੀ ਸਿਸਟਮ ਨੂੰ ਸੁਧਾਰੋ, ਜਿਹੜੇ ਪੈਸੇ ਲੈ ਰਹੇ ਆ ਉਹਨਾਂ ਦੇ ਅਗੇਂਸਟ ਕਾਰਵਾਈ ਕਰੋ, ਐਕਸ਼ਨ ਲਓ ਉਹਨਾਂ ਦੇ ਅਗੇਂਸਟ। ਉਹਨਾਂ ਦੇ ਖਿਲਾਫ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਸਕਿਆ ਅਜੇ ਤੱਕ। ਹੁਣ ਇਹ ਸ਼ਗੂਫਾ ਛੱਡਤਾ ਕਿ 1 ਜੁਲਾਈ ਤੋਂ ਜਿਹੜੇ ਆ 436 ਬੰਦੇ ਮੁਲਾਜ਼ਮ ਵਰਕਰ ਜਿਹੜੇ ਆਊਟਸੋਰਸ ਬਾਹਰ ਜਾ ਰਹੇ ਆ ਜੀ, ਉਹਨਾਂ ਦੀ ਮਨਜ਼ੂਰੀ ਨਹੀਂ ਆਈ। ਮਨਜ਼ੂਰੀ ਨਹੀਂ ਆਈ, ਕਿਹਦੀ ਜ਼ਿੰਮੇਵਾਰੀ ਹੈ? ਇਹ HOD ਦੀ ਜ਼ਿੰਮੇਵਾਰੀ ਹੈ, ਸਾਡੇ SC ਇਲੈਕਟ੍ਰੀਕਲ ਦੀ ਜ਼ਿੰਮੇਵਾਰੀ, ਚੀਫ ਇੰਜੀਨੀਅਰ ਦੀ ਜ਼ਿੰਮੇਵਾਰੀ ਹੈ। 1 ਮਹੀਨੇ ਤੋਂ ਕੇਸ ਚੀਫ ਇੰਜੀਨੀਅਰ ਆਫਿਸ ਦੇ ਵਿੱਚ ਪਿਆ ਵਾ ਕਿ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਕਿ ਇਹਨਾਂ ਦੀ ਨੌਕਰੀ ਨਾ ਜਾਵੇ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਜੌਬ ਸਿਕਿਉਰਡ ਕਰੀਏ। ਇਹ ਜੌਬ ਹੀ ਖਤਮ ਕਰ ਰਹੇ ਆ ਕਿ ਤੁਹਾਡੀ ਜੌਬ ਹੀ ਨਾ ਰਵੇ ਤੇ ਤੁਸੀਂ ਕੱਲ੍ਹ ਹੀ ਲੜਨਾ। ਇਹਨਾਂ ਹਾਲਾਤਾਂ ਦੇ ਵਿੱਚ ਤੇ ਰੋਣਗੇ ਨਹੀਂ ਤੇ ਹੋਰ ਕੀ ਕਰਨਗੇ ਸਰ। ਜਦੋਂ 10-10 ਸਾਲ ਹੋ ਗਏ ਕੰਮ ਕਰਦੇ ਆ, ਬੱਚੇ ਵੱਡੇ ਹੋ ਰਹੇ ਆ ਸਾਰਿਆਂ ਦੇ, ਉਸ ਵੇਲੇ ਉਹਨਾਂ ਨੂੰ ਜਵਾਬ ਦੇ ਦੇਣ ਨੌਕਰੀ ਤੋਂ ਕਿ ਤੁਹਾਡਾ ਭਵਿੱਖ ਜਿਹੜਾ ਵਾ ਖਤਰੇ 'ਚ ਆ। 1 ਜੁਲਾਈ ਤੋਂ ਬਾਅਦ ਕੋਈ ਗਰੰਟੀ ਨਹੀਂ ਕਿ ਤੁਸੀਂ ਨੌਕਰੀ ਤੇ ਰਹੋ। ਇਹਨਾਂ ਹਾਲਾਤਾਂ ਦੇ ਵਿੱਚ ਲੋਕ ਕੀ ਕਰਨਗੇ? ਰੋਣਗੇ ਬੱਚੇ, ਨੌਜਵਾਨ ਬੱਚੇ ਆ, ਦੇਖੋ ਸਾਰੇ ਜਿਹੜੇ ਖੜੇ ਆ। ਇਹ ਹੁਣ ਜੇ ਘਰਾਂ 'ਚ ਜਾਣਗੇ ਨੌਕਰੀ ਛੱਡ ਕੇ ਤੇ ਘਰ ਕੀ ਦੱਸਣਗੇ ਜਾ ਕੇ? ਤੁਹਾਨੂੰ ਦੱਸ ਦਈਏ ਕਿ 436 ਵਰਕਰਾਂ ਦੀ ਰੀ-ਅੰਗੇਜਮੈਂਟ ਦਾ ਕੇਸ ਮਨਜ਼ੂਰੀ ਦੇ ਲਈ ਚੀਫ ਇੰਜੀਨੀਅਰਿੰਗ ਕਮ ਸਪੈਸ਼ਲ ਸਕੱਤਰ ਇੰਜੀਨੀਅਰਿੰਗ ਦੇ ਦਫ਼ਤਰ 'ਚ 1 ਮਹੀਨੇ ਤੋਂ ਪਿਆ ਹੈ। 30 ਜੂਨ ਦੇ ਬਾਅਦ ਟੈਂਡਰ ਖਤਮ ਹੋ ਜਾਏਗਾ ਅਤੇ ਵਰਕਰ ਨੌਕਰੀ ਤੋਂ ਬਾਹਰ ਹੋ ਜਾਣਗੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਜਿੱਥੇ ਇੱਕ ਪਾਸੇ ਬਿਜਲੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਤਾਂ ਉੱਥੇ ਹੀ ਦੂਜੇ ਪਾਸੇ CTU ਦੇ ਮੁਲਾਜ਼ਮਾਂ ਨੇ ਵੀ 25 ਜੂਨ ਨੂੰ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ। ਉਹਨਾਂ ਨੇ ਆਪਣੀਆਂ ਮੰਗਾਂ ਨੂੰ ਸਾਹਮਣੇ ਰੱਖਿਆ ਤੇ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਇਸ ਪ੍ਰਦਰਸ਼ਨ ਨੂੰ ਹੋਰ ਜ਼ਿਆਦਾ ਵਧਾ ਸਕਦੇ ਨੇ। ਬੀਤੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ CTU ਵਰਕਰ ਯੂਨੀਅਨ ਦੇ ਵੱਲੋਂ 25 ਜੂਨ ਨੂੰ ਚੱਕਾ ਜਾਮ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ CTU ਵਰਕਰਜ਼ ਯੂਨੀਅਨ ਦੇ ਵੱਲੋਂ ਡਿਪੂ ਨੰਬਰ 1 ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ CTU ਵਰਕਰਜ਼ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ CTU ਦਾ ਨਿੱਜੀਕਰਨ ਕਰਨ ਜਾ ਰਿਹਾ ਹੈ, ਜਿਸ ਤੇ ਉਹ ਸਖਤ ਖਿਲਾਫ ਨੇ। ਅਜਿਹਾ ਉਹ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਣਗੇ।
ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਪਹਿਲਾਂ ਹੀ ਜੋ ਮਹਿਕਮੇ ਮੁਨਾਫੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਜ਼ਬਰਦਸਤੀ ਨਿੱਜੀਕਰਨ ਕੀਤਾ ਜਾ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੀਟੀਯੂ ਦੇ ਨਿੱਜੀਕਰਨ ਤੋਂ ਇਲਾਵਾ ਉਹਨਾਂ ਨੇ ਕੁਝ ਹੋਰ ਮੰਗਾਂ ਤੇ ਵੀ ਜ਼ੋਰ ਦਿੱਤਾ। ਵਰਕਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ 417 ਬੱਸਾਂ ਸੈਕਸ਼ਨ ਨੇ ਤੇ ਪਰ ਹੁਣ ਤੱਕ 417 ਬੱਸਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ 800 ਡਰਾਈਵਰ ਕੰਡਕਟਰਾਂ ਦੀ ਪੋਸਟਾਂ ਵੀ ਖਾਲੀ ਪਈਆਂ ਨੇ ਜਿਨ੍ਹਾਂ ਤੇ ਹਾਲੇ ਤੱਕ ਭਰਤੀ ਨਹੀਂ ਕੀਤੀ ਜਾ ਰਹੀ ਹੈ। ਵਰਕਸ਼ਾਪ ਵਿੱਚ ਸਾਲ 1991 ਤੋਂ ਹੁਣ ਤੱਕ ਕੋਈ ਵੀ ਭਰਤੀ ਨਹੀਂ ਕੀਤੀ ਗਈ ਤੇ ਜੇਕਰ ਸਮੇਂ-ਸਮੇਂ ਤੇ ਭਰਤੀ ਨਹੀਂ ਕੀਤੀ ਗਈ ਤਾਂ ਸਟਾਫ ਘੱਟ ਹੁੰਦਾ ਜਾਵੇਗਾ। ਇਹ ਮੁਨਾਫੇ ਦੇ ਵਿੱਚ ਹੈ, ਬਿਲਕੁਲ ਘੱਟ ਦੇ ਵਿੱਚ ਨਹੀਂ ਹੈਗਾ। ਅੰਕੜਿਆਂ ਦੇ ਤਹਿਤ ਪ੍ਰਸ਼ਾਸਨ ਮੰਨਿਆ ਕਿ ਹਾਂ ਬਿਲਕੁਲ ਵਾਧੇ ਦੇ ਵਿੱਚ ਹੈ, ਲੇਕਿਨ ਫੇਰ ਵੀ ਇਹ ਕਿਤੇ ਨਾ ਕਿਤੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਫਿੱਟ ਕਰਨ ਦੇ ਲਈ, ਇਹੋ ਜਿਹਾ ਲਾਭ ਪਹੁੰਚਾਉਣ ਦੇ ਲਈ ਰਾਜਨੀਤਿਕ ਲੋਕਾਂ ਦੀ ਜਿਹੜੀ ਦਬਾਅ ਆ ਉਹਦੇ ਵਿੱਚ ਜਿਹੜੇ ਪ੍ਰਸ਼ਾਸਨ ਹੈ ਇਸ ਤਰ੍ਹਾਂ ਦੇ ਏਜੰਡੇ ਜਿਹੜੇ ਤੈਅ ਕਰ ਰਹੇ ਆ, ਜਿਹਦਾ ਅਸੀਂ ਯੂਨੀਅਨ ਹੈ ਉਹ ਡਟ ਕੇ ਵਿਰੋਧ ਕਰ ਰਹੀ ਹੈ। ਔਰ ਅਸੀਂ ਅੱਜ ਦੀ ਆਪ ਜੀ ਦੇ ਜ਼ਰੀਏ ਮੰਗ ਕਰਾਂਗੇ, ਕਿਉਂਕਿ ਨਵੇਂ ਐਡਵਾਈਜ਼ਰ ਸਾਹਿਬ ਆਏ ਨੇ ਚੰਡੀਗੜ੍ਹ ਦੇ ਵਿੱਚ, ਅਸੀਂ ਮੰਗ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਸੀਟੀਯੂ ਹੈ ਕਿ ਹੈਰੀਟੇਜ ਅਦਾਰਾ ਆ ਜਿਹੜਾ ਲੰਮੇ ਸਮੇਂ ਤੋਂ ਸੇਵਾ ਲੋਕਾਂ ਦੀ ਕਰ ਰਿਹਾ ਹੈਗਾ, ਤੇ ਅਸੀਂ ਐਡਵਾਈਜ਼ਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਸੀਟੀਯੂ ਦੀਆਂ ਜਿਹੜੀਆਂ 417 ਬੱਸਾਂ ਦਾ ਫਲੀਟ ਹੈ ਇਹ ਮੁਕੰਮਲ ਤੌਰ ਤੇ ਸੀਟੀਯੂ ਦਾ ਜਿਹੜਾ ਪੂਰਾ ਕੀਤਾ ਜਾਵੇ। ਜਿਹੜੀਆਂ ਖਾਲੀ ਪੋਸਟਾਂ ਪਈਆਂ ਨੇ ਸਾਡੀਆਂ 700-800 ਦੇ ਲਗਭਗ ਖਾਲੀ ਪੋਸਟਾਂ ਪਈਆਂ ਨੇ ਉਹ ਭਰੀਆਂ ਜਾਣ, ਤੇ ਜਿਹੜਾ ਕਿ ਕਿਲੋਮੀਟਰ ਸਕੀਮ ਦੇ ਵਿੱਚ ਠੇਕੇਦਾਰ ਤੋਂ ਜਿਹੜੀਆਂ ਇਲੈਕਟ੍ਰੀਕਲ ਬੱਸਾਂ ਜਿਹੜੀਆਂ ਲਈਆਂ ਜਾ ਰਹੀਆਂ ਨੇ ਉਹਨਾਂ ਦਾ ਟੈਂਡਰ ਹੈ ਜਿਹੜਾ ਉਹ ਰੱਦ ਕੀਤਾ ਜਾਵੇ। ਅੱਜ ਹਰੇਕ ਬੁੱਧਵਾਰ ਨੂੰ ਜਿਹੜੀ ਅਸੀਂ ਕਾਲ ਦਿੱਤੀ ਹੋਈ ਹੈ ਸੀਟੀਯੂ ਦੇ ਕਾਮਿਆਂ ਨੂੰ, ਨੁੱਕੜ ਮੀਟਿੰਗਾਂ ਕਰਕੇ ਅਸੀਂ 25 ਤਰੀਕ ਦੀ ਹੜਤਾਲ ਵਾਸਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ। ਔਰ ਇਹ ਜਿਹੜੀ ਲੜਾਈ ਹੈ ਸਾਡੀ ਇਹ ਬਿਲਕੁਲ ਸਪਸ਼ਟ ਹੈ। ਅਸੀਂ ਨਿੱਜੀਕਰਨ ਦੇ ਖਿਲਾਫ ਇਹ ਮੁਹਿੰਮ ਵਿੱਢੀ ਹੋਈ ਹੈ, ਕਿਉਂਕਿ ਪਿਛਲੇ 5 ਸਾਲਾਂ ਤੋਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ ਉਹ ਸੀਟੀਯੂ ਨੂੰ ਖੋਰਾ ਲਾਉਣ ਤੇ ਲੱਗਿਆ ਹੋਇਆ ਹੈ। ਚਾਹੇ ਕੱਚੇ ਕਾਮੇ ਦੀ ਭਰਤੀ ਹੋਵੇ, ਪਿਛਲੇ ਦਰਵਾਜ਼ੇ ਰਾਹੀਂ 1000 ਬੰਦਾ ਇਹਨਾਂ ਨੇ ਭਰਤੀ ਕੀਤਾ ਹੈ, ਚਾਹੇ ਜਨਰਲ ਸਕੀਮ ਦੇ ਅਧੀਨ ਸਾਡੇ 2 ਡਿਪੂ ਕਰਕੇ ਸੀਟੀਯੂ ਨੂੰ ਅੱਧ ਵਿਚਾਲੋਂ ਕੱਟ ਦਿੱਤਾ ਗਿਆ। ਔਰ ਹੁਣ ਕਿਲੋਮੀਟਰ ਸਕੀਮ ਦੇ ਉੱਤੇ ਇਹ ਜਿਹੜੀਆਂ ਬੱਸਾਂ ਲੈ ਕੇ ਆ ਕੇ ਬਿਲਕੁਲ ਹੀ ਸੀਟੀਯੂ ਦੇ ਤਬੂਤ ਵਿੱਚ ਆਖਰੀ ਕਿੱਲ ਕੱਢਣ ਜਾ ਰਹੇ ਨੇ, ਉਹਦੇ ਖਿਲਾਫ ਸਾਡੀ ਲੜਾਈ ਹੈ ਜਿਹੜੀ ਨਿਰਣਾਇਕ ਮੋੜ ਤੇ ਪਹੁੰਚ ਚੁੱਕੀ ਹੈ। ਔਰ ਉਸੇ ਕਰਕੇ ਅੱਜ ਅਸੀਂ ਡਿਪੂ ਨੰਬਰ 1 ਦੇ ਵਿੱਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਹੁੰਚੇ ਹਾਂ, ਤਾਂ ਜੋ ਜਿਹੜੀ 25 ਤਰੀਕ ਦੀ ਹੜਤਾਲ ਹੈ ਉਹ ਅਸੀਂ ਕਰਕੇ ਇਹ ਪ੍ਰਸ਼ਾਸਨ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਔਰ ਅਸੀਂ ਦੱਸ ਸਕੀਏ ਵੀ ਇਹ ਜਿਹੜਾ ਸੀਟੀਯੂ ਦਾ ਕੰਮ ਹੈ ਇਹ ਜਾਗਦਾ ਹੈ, ਇਹ ਜਾਗਦੀ ਜ਼ਮੀਰ ਵਾਲੇ ਲੋਕ ਨੇ, ਵਿਕਣ ਵਾਲੇ ਲੋਕ ਨਹੀਂ। ਜੇ ਪ੍ਰਸ਼ਾਸਨ ਸਾਡੀਆਂ ਗੱਲਾਂ ਦੇ ਉੱਤੇ ਸਿਰਦਾ ਹੈ ਤਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ, ਇਹਦੇ ਉੱਤੇ ਸਾਡੀ ਕੋਈ ਤਨਖਾਹਾਂ ਦੀ ਲੜਾਈ ਨਹੀਂ ਹੈ ਜਾਂ ਸਾਡੀ ਕੋਈ ਡੀਏ ਵਧਾਉਣ ਦੀ ਲੜਾਈ ਨਹੀਂ ਹੈ। ਸਾਡੀ ਲੜਾਈ ਸੀਟੀਯੂ ਦੇ ਨਿੱਜੀਕਰਨ ਦੇ ਖਿਲਾਫ ਹੈ ਔਰ ਇਹ ਲਗਾਤਾਰ ਜਾਰੀ ਰਹੂਗੀ ਜਦ ਤੱਕ ਸਾਡੇ ਮੁੱਦੇ ਹੱਲ ਨਹੀਂ ਹੁੰਦੇ। ਜਾਣਕਾਰੀ ਦੱਸਦੀ ਕਿ ਚੰਡੀਗੜ੍ਹ ਪ੍ਰਸ਼ਾਸਨ ਸੀਟੀਯੂ ਦਾ ਨਿੱਜੀਕਰਨ ਕਰਨ ਜਾ ਰਿਹਾ ਤੇ ਇਸ ਤੋਂ ਪਹਿਲਾਂ ਬਿਜਲੀ ਦੇ ਨਿੱਜੀਕਰਨ ਦੀ ਗੱਲ ਵੀ ਕੀਤੀ ਜਾ ਰਹੀ ਸੀ, ਜਦਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਹਾਈ ਕੋਰਟ ਨੇ ਫਟਕਾਰ ਲਗਾਈ ਸੀ। ਸੀਟੀਯੂ ਦਾ ਨਿੱਜੀਕਰਨ ਕੀਤੇ ਜਾਣ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਜੋ ਸੀਟੀਯੂ ਵਰਕਰ ਯੂਨੀਅਨ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਉਸ ਤੇ ਪ੍ਰਸ਼ਾਸਨ ਕੀ ਰੁਖ ਅਖਤਿਆਰ ਕਰਦਾ ਹੈ ਤੇ ਇਹਨਾਂ ਦੀਆਂ ਮੰਗਾਂ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਫਲਾਇੰਗ ਸਿੱਖ ਮਿਲਖਾ ਸਿੰਘ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਦੀ ਤੇ ਉਹਨਾਂ ਦੀ ਪਤਨੀ ਦੀ ਯਾਦ ਵਿੱਚ ਅੰਤਿਮ ਅਰਦਾਸ ਰੱਖੀ ਗਈ, ਜਿਸ ਦੇ ਵਿੱਚ ਕੋਵਿਡ ਦੇ ਚੱਲਦਿਆਂ ਮਹਿਜ਼ 50 ਲੋਕ ਹੀ ਸ਼ਾਮਿਲ ਹੋ ਸਕੇ। ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਰੱਖੀ ਗਈ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਚੱਲੇ ਲਾਈਵ ਪ੍ਰੋਗਰਾਮ ਵਿੱਚ ਮਿਲਖਾ ਸਿੰਘ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਵਰਚੁਅਲ ਸ਼ਰਧਾਂਜਲੀ ਦਿੱਤੀ। ਅੰਤਿਮ ਅਰਦਾਸ ਦੇ ਮੌਕੇ ਮਿਲਖਾ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੇ ਬੇਟੇ ਅਤੇ ਉਹਨਾਂ ਦੀਆਂ ਭੈਣਾਂ ਵੀ ਮੌਜੂਦ ਰਹੀਆਂ। ਇਸ ਤੋਂ ਇਲਾਵਾ ਮਿਲਖਾ ਸਿੰਘ ਦੇ ਗੋਲਫ ਕਲੱਬ ਦੇ ਸਾਥੀ ਅਤੇ ਐਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਦੇ ਪਦਾਧਿਕਾਰੀ ਵੀ ਪਹੁੰਚੇ ਸੀ। ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ ਦੇ CEO ਉੱਤਮ ਮੁੰਡੀ ਵੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ। ਸੈਕਟਰ 8 ਗੁਰਦੁਆਰਾ ਸਾਹਿਬ ਵਿੱਚ ਦੁਪਹਿਰ 12 ਵਜੇ ਦੇ ਸਮੇਂ ਅੰਤਿਮ ਅਰਦਾਸ ਦੇ ਲਈ ਇਹ ਸਮਾਂ ਰੱਖਿਆ ਗਿਆ ਸੀ। ਕੋਵਿਡ-19 ਦੇ ਪੋਸਟ ਇਫੈਕਟਸ ਦੇ ਕਾਰਨ PGI ਵਿੱਚ ਇਲਾਜ ਦੇ ਦੌਰਾਨ ਮਿਲਖਾ ਸਿੰਘ ਦੀ 18 ਜੂਨ ਯਾਨੀ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਗਈ ਸੀ। ਉਧਰ ਨਿਰਮਲ ਮਿਲਖਾ ਸਿੰਘ ਦੀ ਮੌਤ ਕੋਰੋਨਾ ਦੇ ਕਰਕੇ 13 ਜੂਨ ਨੂੰ ਹੋ ਗਈ ਸੀ। ਚੰਡੀਗੜ੍ਹ ਨੂੰ ਨਵਾਂ ਐਡਵਾਈਜ਼ਰ ਮਿਲ ਚੁੱਕਿਆ ਹੈ ਤੇ ਹੁਣ ਉਹਨਾਂ ਨੇ ਜੁਆਇਨ ਵੀ ਕਰ ਲਿਆ। ਬੁੱਧਵਾਰ ਨੂੰ ਉਹਨਾਂ ਨੇ ਜੁਆਇਨ ਕੀਤਾ। ਦਰਅਸਲ ਧਰਮਪਾਲ ਹੈਗੇ ਨੇ ਜਿਹੜੇ ਚੰਡੀਗੜ੍ਹ ਦੇ ਨਵੇਂ ਐਡਵਾਈਜ਼ਰ ਨੇ ਤੇ ਜੁਆਇਨ ਹੁੰਦਿਆਂ ਹੀ ਉਹਨਾਂ ਨੇ ਵੱਖ-ਵੱਖ ਡਿਪਾਰਟਮੈਂਟਸ ਦੇ ਨਾਲ ਮੀਟਿੰਗ ਵੀ ਰੱਖੀ।
ਸੈਕਟਰ 6 ਸਥਿਤ यूटी गेस्ट हाउस ਵਿੱਚ ਗ੍ਰਹਿ ਸचिव अरुण कुमार गुप्ता, ਵਿੱਤ ਸचिव ਵਿਜੇ ਨਾਮਦੇਵ ਰਾਵ ਜੜੇ ਸਮੇਤ ਸਾਰੇ ਅਧਿਕਾਰੀ ਪਹੁੰਚੇ ਅਤੇ ਧਰਮਪਾਲ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਸੈਕਟਰ 9 ਸਥਿਤ यूटी ਸੈਕਟਰੀਏਟ ਵਿੱਚ ਆਪਣੇ ਦਫ਼ਤਰ ਪਹੁੰਚੇ ਅਤੇ ਆਪਣਾ ਚਾਰਜ ਲਿਆ। ਗੱਲਬਾਤ ਦੇ ਦੌਰਾਨ ਧਰਮਪਾਲ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਟੀਚਾ ਚੰਡੀਗੜ੍ਹ ਵਿੱਚ ਹੈਲਥ ਐਜੂਕੇਸ਼ਨ ਅਤੇ ਇਨਫਰਾਸਟ੍ਰਕਚਰ ਨੂੰ ਵਰਲਡ ਕਲਾਸ ਬਣਾਉਣਾ ਰਹੇਗਾ। ਨਵੇਂ ਐਡਵਾਈਜ਼ਰ ਧਰਮਪਾਲ ਨੇ ਬੈਚਲਰ ਡਿਗਰੀ ਚੰਡੀਗੜ੍ਹ ਤੋਂ ਹੀ ਹਾਸਲ ਕੀਤੀ ਹੈ। ਇਸ ਸ਼ਹਿਰ ਨੂੰ ਉਹ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਵਾਕਿਫ ਨੇ ਕਿ ਇੱਥੇ ਕੀ ਸਮੱਸਿਆਵਾਂ ਨੇ ਤੇ ਇੱਥੇ ਕੀ ਕੁਝ ਚੰਗਾ ਕਰਨਾ ਹੈ। ਦੱਸ ਦਈਏ ਕਿ 1988 ਬੈਚ ਦੇ ਆਈਐਸ ਧਰਮਪਾਲ 2017 ਤੋਂ ਹਾਲੇ ਤੱਕ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰਸ ਵਿੱਚ ਬਤੌਰ ਐਡੀਸ਼ਨਲ ਸੈਕਟਰੀ ਨਿਯੁਕਤ ਸੀ। ਇਹ ਸ਼ਹਿਰ ਉਹਨਾਂ ਦੇ ਲਈ ਨਵਾਂ ਨਹੀਂ ਹੈ। ਉਹਨਾਂ ਨੇ ਆਪਣੀ ਕਾਲਜ ਲਾਈਫ ਉਹਨਾਂ ਨੇ ਇੱਥੇ ਹੀ ਗੁਜ਼ਾਰੀ ਹੈ। ਮੂਲ ਰੂਪ ਵਿੱਚ ਪੰਜਾਬ ਦੇ ਬੰਗਾ ਦੇ ਧਰਮਪਾਲ ਨੇ ਸਾਲ 1981 ਤੋਂ 1985 ਤੱਕ ਬੈਚਲਰ ਆਫ ਟੈਕਨੋਲੋਜੀ ਸੈਕਟਰ 12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕੀਤੀ ਹੈ। ਤਾਂ ਹੁਣ ਤੱਕ ਦੀਆਂ ਅਹਿਮ ਖਬਰਾਂ ਵਿੱਚ ਬਸ ਇतना ही। फिर होगी मुलाकात। सत श्री अकाल।